ਚੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਓਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਬਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਜੁਗੋ ਜੁਗ ਅਟਲ। ਸਰਵਰੇ ਕਾਇਨਾਤ ਦੇ ਮਾਲਕ ਭਗਤ ਵਛਲ, ਕਿਰਪਾ ਨਿਧਾਨ ਜਗਤ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਾਕ ਹਜ਼ੂਰੀ ਵਿੱਚ ਸਵਾਈਮਾਨ ਹੋਏ ਬੈਠੇ ਸਤਸੰਗੀ ਜਨੋ, ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅਸਥਾਨ ਤੇ ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਸਰਵਣ ਕਰਦੇ ਆ ਰਹੇ ਹਾਂ। ਵਿਚਾਰ ਅਧੀਨ ਪਿਛਲੇ ਸਮੇਂ ਦੇ ਵਿੱਚ ਬਿਲਾਵਲ ਰਾਗ ਦੇ ਵਿੱਚ ਜੋ ਭਗਤਾਂ ਦੀ ਬਾਣੀ ਦਰਜ ਸੀ, ਉਸ ਬਾਣੀ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰਿਆ ਹੈ। ਬਿਲਾਵਲ ਰਾਗ ਤੋਂ ਅਗਲੇਰਾ ਜਿਹੜਾ ਰਾਗ ਹੈ ਉਹ ਗੋਂਡ ਰਾਗ ਹੈ। ਇਸ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਦਰਜ ਹੈ। ਭਗਤਾਂ ਦੀ ਬਾਣੀ 870 ਅੰਕ ਦੇ ਉੱਤੇ ਆਰੰਭ ਹੋ ਰਹੀ ਹੈ। ਗੋਂਡ ਰਾਗ ਦੇ ਵਿੱਚ ਪਹਿਲਾ ਸ਼ਬਦ ਹੈ ਸੰਤ ਮਿਲੈ, ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਬ ਰਹੀ ਹੈ ਰਹਾਓ। ਸੋ ਆਓ ਇਸ ਸ਼ਬਦ ਦਾ ਮੂਲ ਪਾਠ ਕਰਾਂਗੇ ਅਤੇ ਭਗਤ ਜੀ ਨੇ ਸ਼ਬਦ ਦੇ ਰਾਹੀਂ ਜੋ ਵਿਚਾਰ ਸਾਡੇ ਸਮਕਸ਼ ਰੱਖੇ ਹਨ, ਉਹਨਾਂ ਨੂੰ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਇਹ ਬਚਨਾਂ ਦੀ ਕਮਾਈ ਕਰੀਏ, ਤਾਂ ਕਿ ਆਪਾਂ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਸੋ ਮਨੋਬਿਰਤੀਆਂ ਸਾਰੇ ਇਕਾਗਰ ਕਰੋ। ਗੋਂਡ ਰਾਗ ਹੈ, 870 ਅੰਕ। ਪਹਿਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਭਗਤਾਂ ਦੀ ਬਾਣੀ ਵਿੱਚੋਂ ਆਰੰਭ ਹੋ ਰਿਹਾ ਹੈ। ਆਓ ਪਿਆਰ ਨਾਲ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਜੀ ਨੂੰ ਝੁਕਾਓ ਸੀਸ, ਲਵਾਓ ਹਾਜ਼ਰੀਆਂ, ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੋਂਡ। ਰਾਗ ਗੋਂਡ। ਬਾਣੀ ਭਗਤਾਂ ਕੀ, ਬਾਣੀ ਭਗਤਾਂ ਕੀ। ਕਬੀਰ ਜੀ, ਕਬੀਰ ਜੀ। ਘਰ ਪਹਿਲਾ, ਘਰ ਪਹਿਲਾ। ਇੱਕ ਓੰਕਾਰ, ਇੱਕ ਓੰਕਾਰ। ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ। ਸੰਤ ਮਿਲੈ ਕੁਛ ਸੁਣੀਐ
ਕਹੀਐ। ਸੰਤ ਮਿਲੈ ਕਿਛ ਸੁਣੀਐ ਕਹੀਐ। ਮਿਲੈ ਅਸੰਤ ਮਸਟ ਕਰ ਰਹੀਐ। ਮਿਲੈ ਅਸੰਤ ਮਸਟ ਕਰ ਰਹੀਐ। ਬਾਬਾ ਬੋਲ ਨਾ ਕਿਆ ਕਹੀਐ। ਬਾਬਾ ਬੋਲ ਨਾ ਕਿਆ ਕਹੀਐ। ਜੈਸੇ RAM ਨਾਮ ਰਵ ਰਹੀਐ। ਜੈਸੇ RAM ਨਾਮ ਰਵ ਰਹੀਐ। ਰਹਾਉ ਰਹਾਉ। ਸੰਤਨ ਸਿਉ ਬੋਲੇ ਉਪਕਾਰੀ। ਸੰਤਨ ਸਿਉ ਬੋਲੇ ਉਪਕਾਰੀ। ਮੂਰਖ ਸਿਉ ਬੋਲੇ ਝਖ ਮਾਰੀ। ਮੂਰਖ ਸਿਉ ਬੋਲੇ ਝਖ ਮਾਰੀ। ਬੋਲਤ ਬੋਲਤ ਬੜੇ ਵਿਕਾਰਾ। ਬੋਲਤ ਬੋਲਤ ਬੜੇ ਵਿਕਾਰਾ। ਬਿਨ ਬੋਲੇ ਕਿਆ ਕਰਹਿ ਵਿਚਾਰਾ। ਬਿਨ ਬੋਲੇ ਕਿਆ ਕਹੈ ਵਿਚਾਰਾ। ਕਹੋ ਕਬੀਰ ਛੋਛਾ ਘਟ ਬੋਲੇ। ਕਹੋ ਕਬੀਰ ਛੂਛਾ ਘਟ ਬੋਲੇ। ਭਰਿਆ ਹੋਏ ਸੋ ਕਬਹੂ ਨਾ ਡੋਲੇ। ਭਰਿਆ ਹੋਏ ਸੋ ਕਬੂ ਨ ਡੋਲੇ। ਕਹੋ ਕਬੀਰ ਛੋਛਾ ਘਟ ਬੋਲੇ। ਕਹੋ ਕਬੀਰ ਛੂਛਾ ਘਟ ਬੋਲੇ। ਭਰਿਆ ਹੋਏ ਸੋ ਕਬਹੂ ਨਾ ਡੋਲੇ। ਭਰਿਆ ਹੋਏ ਸੋ ਕਬੂ ਨ ਡੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਵਨ ਦਾ ਇੱਕ ਸਿਧਾਂਤ ਇਸ ਸ਼ਬਦ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਨੇ ਬਿਆਨ ਕੀਤਾ ਹੈ। ਇਸ ਸ਼ਬਦ ਵਿੱਚ ਦੋ ਬਿਰਤੀਆਂ ਦਾ ਜ਼ਿਕਰ ਹੈ, ਇੱਕ ਸੰਤ ਅਤੇ ਇੱਕ ਮੂਰਖ ਦੀ ਗੱਲ ਕੀਤੀ ਹੈ। ਜਦੋਂ ਵੀ ਮਨੁੱਖ ਆਪਣੇ ਆਚਾਰ, ਆਪਣੇ ਵਿਚਾਰ, ਆਪਣੇ ਬੋਲਾਂ ਦੀ ਸਾਂਝ ਕਰਦਾ ਹੈ ਤਾਂ ਉਹ ਕਿਸੇ ਨਾਲ ਸਾਂਝ ਕਰੇ, ਉਸ ਨਾਲ ਕਰੇ ਜਿਹੜਾ ਕਿ ਸੰਤ ਬਿਰਤੀ ਦਾ ਮਾਲਕ ਹੈ। ਉਹਨੂੰ ਯਕੀਨ ਹੋਵੇ ਕਿ ਜਿਹੜੇ ਬੋਲ, ਜਿਹੜੇ ਵਚਨ ਮੈਂ ਕਰ ਰਿਹਾ ਹਾਂ ਇਹ ਇੱਥੇ ਤੱਕ ਹੀ ਰਹਿਣਗੇ, ਕਿਉਂਕਿ ਸੰਤ ਬਿਰਤੀ ਦਾ ਇੱਕ ਸੁਭਾਅ ਹੁੰਦਾ ਹੈ, ਉਹ ਕਿਸੇ ਦੇ ਬੋਲਾਂ ਨੂੰ ਅੱਗੇ ਕਿਸੇ ਤੱਕ ਨਹੀਂ ਪਹੁੰਚਾਉਂਦਾ। ਪਰ ਇੱਕ ਮੂਰਖ ਬਿਰਤੀ ਹੈ ਜਿਹੜੇ ਕਿਸੇ ਦੇ ਬੋਲਾਂ ਨੂੰ, ਕਿਸੇ ਦੇ ਵਚਨਾਂ ਨੂੰ ਉਹ ਵਾਦ ਵਿਵਾਦ ਕਰਦਾ ਹੈ, ਝਗੜੇ ਕਰਦਾ ਹੈ। ਤੇ ਇਸ ਕਰਕੇ ਭਗਤ ਕਵੀ ਕਹਿੰਦੇ ਉਸ ਦੇ ਨਾਲ ਬੋਲਣਾ ਕੇਵਲ ਝੱਕ ਮਾਰਨੀ ਹੈ, ਪਾਉ ਉਸ ਬੋਲਣ ਦਾ ਕੋਈ ਲਾਭ ਨਹੀਂ ਜੀਵਨ ਦੇ ਵਿੱਚ। ਇਸ ਕਰਕੇ ਇਸ ਸ਼ਬਦ ਵਿੱਚ ਸਾਨੂੰ ਪ੍ਰੇਰਨਾ ਕਰ ਰਹੇ ਨੇ ਭਗਤ ਜੀ, ਬਾਬਾ ਬੋਲ ਨਾ ਕਿਆ ਕਹੀਏ ਜੈਸੇ RAM ਨਾਮ ਰਵ ਰਹੀ ਹੈ ਰਹਾਉ। ਇਸ ਸ਼ਬਦ ਦਾ ਕੇਂਦਰੀ ਭਾਵ ਹੈ। ਪਹਿਲਾਂ ਇਹ ਵੀ ਸਮਝ ਲਈ, ਰਾਗ ਗੋਂਡ ਹੈ। ਗੋਂਡ ਰਾਗ ਦੇ ਵਿੱਚ ਬਾਣੀ ਭਗਤਾਂ ਕੀ ਸਭ ਤੋਂ ਪਹਿਲਾ ਸਿਰਲੇਖ ਹੈ। ਭਾਵ ਕਿ ਇੱਥੋਂ ਭਗਤਾਂ ਦੀ ਬਾਣੀ ਜਿਹੜੀ ਹੈ ਆਰੰਭ ਹੋ ਰਹੀ ਹੈ, ਤਾਂ ਕਿ ਕਿਸੇ ਦੇ ਮਨ ਵਿੱਚ ਕੋਈ ਡਾਊਟ ਨਾ ਰਹਿ ਜਾਏ। ਕਿਉਂਕਿ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ, ਕਈ ਵਾਰੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨਾਂ ਵੱਲੋਂ ਉਚਾਰਨ ਕੀਤੇ ਹੋਏ ਸ਼ਬਦਾਂ ਵਿੱਚ ਵੀ ਕਬੀਰ, ਨਾਮਦੇਵ, ਤ੍ਰਿਲੋਚਨ ਸ਼ਬਦ ਆਏ ਹਨ। ਇਸ ਕਰਕੇ ਕਈ ਵਾਰੀ ਮਨੁੱਖ ਨੂੰ ਲੱਗਦਾ ਵੀ ਜਿੱਥੇ ਨਾਮਦੇਵ, ਕਬੀਰ ਜਾਂ ਤ੍ਰਿਲੋਚਨ ਸ਼ਬਦ ਆ ਗਿਆ, ਇਹ ਸ਼ਬਦ ਸ਼ਾਇਦ ਭਗਤ ਨਾਮਦੇਵ ਜੀ ਜਾਂ ਤ੍ਰਿਲੋਚਨ ਜਾਂ ਕਬੀਰ ਸਾਹਿਬ ਦਾ। ਉਸ ਗੱਲ ਨੂੰ ਕਲੀਅਰ ਕਰਨ ਵਾਸਤੇ ਜਿਵੇਂ ਗੁਰੂ ਸਾਹਿਬਾਨਾਂ ਨੇ ਵਿੱਚ ਨੂੰ ਉਹਨਾਂ ਦੀ ਉਪਮਾ ਵਿੱਚ ਸ਼ਬਦ ਵਰਤੇ, ਜਿਵੇਂ ਨੀਤ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਉਸ ਸ਼ਬਦ ਦੇ ਵਿੱਚ ਨਾਮਦੇਵ, ਕਬੀਰ ਤੇ ਤ੍ਰਿਲੋਚਨ ਜੀ ਦਾ ਜ਼ਿਕਰ ਕੀਤਾ ਵੀ ਇਹ ਭਗਤ ਜਿਹੜੇ ਨੇ ਸੰਸਾਰ ਵਿੱਚ ਪ੍ਰਗਟ ਹੋਏ। ਇਹ ਗੱਲਾਂ ਕਈ ਵਾਰੀ ਮਨ 'ਚ ਸ਼ੰਕਾ ਪੈਦਾ ਕਰ ਸਕਦੀਆਂ ਸਨ, ਕੋਈ ਸ਼ੱਕ ਖੜਾ ਹੋ ਸਕਦਾ ਸੀ। ਇਸ ਕਰਕੇ ਜਦੋਂ ਵੀ ਗੁਰੂ ਸਾਹਿਬਾਨ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਰਤੀਬ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਦੀ, ਤਾਂ ਭਗਤਾਂ ਦੀ ਬਾਣੀ ਜਿੱਥੋਂ ਆਰੰਭ ਹੋਈ ਸਭ ਤੋਂ ਪਹਿਲਾਂ ਲਿਖ ਦਿੱਤਾ ਕਿ ਇੱਥੋਂ ਬਾਣੀ ਭਗਤਾਂ ਦੀ ਆਰੰਭ ਹੋ ਰਹੀ ਹੈ। ਰਾਗ ਗੋਂਡ ਬਾਣੀ ਭਗਤਾਂ ਕੀ, ਭਾਵ ਭਗਤਾਂ ਦੀ ਬਾਣੀ ਦੀ ਆਰੰਭਤਾ ਹੋ ਰਹੀ ਹੈ। ਕਿਹੜੇ ਭਗਤ ਦੀ ਬਾਣੀ ਦਰਜ ਹੈ? ਕਹਿੰਦੇ ਕਬੀਰ ਜੀ, ਭਾਵ ਕਿ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦਰਜ ਹੈ। ਘਰ ਪਹਿਲਾ ਇਸ ਸ਼ਬਦ ਨੂੰ ਗਾਉਣ ਦਾ ਜੋ ਹੁਕਮ ਹੈ ਤਾਲ ਦੇ ਘਰ ਪਹਿਲੇ ਵਿੱਚ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਹੈ, ਕਿਉਂਕਿ ਭਗਤਾਂ ਦੀ ਬਾਣੀ ਦੀ ਆਰੰਭਤਾ ਹੋ ਰਹੀ ਹੈ, ਨਵਾਂ ਕਨਸੈਪਟ ਆਰੰਭ ਹੋ ਰਿਹਾ ਹੈ।
ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿੱਥੇ ਵੀ ਤਾਲ ਚੇਂਜ ਹੋਇਆ, ਨਾਮ ਚੇਂਜ ਹੋਇਆ, ਘਰ ਚੇਂਜ ਹੋਏ ਜਾਂ ਉੱਥੇ ਪਦੇ ਚੇਂਜ ਹੋਏ, ਤੁਕਾਂ ਚੇਂਜ ਹੋਈਆਂ, ਹਰ ਥਾਂ 'ਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਦਰਜ ਕੀਤਾ ਗੁਰੂ ਸਾਹਿਬ ਨੇ, ਤਾਂ ਕਿ ਸਹਿਜ ਸੁਭਾਅ ਬੰਦਾ ਸੁਚੇਤ ਹੋ ਕੇ ਪੜ੍ਹ ਸਕੇ ਵੀ ਪਿੱਛੇ ਜਿਹੜਾ ਕਨਸੈਪਟ ਪੜ੍ਹਿਆ ਸੀ ਇਸ ਦਾ ਅਰਥ ਹੈ ਕਿ ਅੱਗੋਂ ਇੱਥੇ ਕੋਈ ਕਨਸੈਪਟ ਚੇਂਜ ਹੋ ਰਿਹਾ। ਮਤਲਬ ਕਿ ਗੱਲ ਨੂੰ ਬੜੀ ਬਰੀਕੀ ਦੇ ਨਾਲ ਗੁਰੂ ਸਾਹਿਬ ਜੀ ਨੇ ਬਾਣੀ 'ਚ ਦਰਜ ਕੀਤਾ, ਬੜੀ ਬਰੀਕੀ ਦੇ ਨਾਲ, ਤਾਂ ਕਿ ਬੰਦੇ ਦੇ ਮਨ ਵਿੱਚ ਇੱਕਦਮ ਆਏ ਜਦੋਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੜ੍ਹਿਆ ਜਾਏ ਨਾ, ਉਹਨੂੰ ਸੁਚੇਤ ਹੋਣ ਦੀ ਲੋੜ ਵੀ ਇੱਥੋਂ ਜਿਹੜਾ ਕਨਸੈਪਟ ਪਹਿਲਾਂ ਚੱਲਦਾ ਸੀ, ਜਾਂ ਤਾਂ ਤਾਲ ਚੇਂਜ ਹੋਇਆ, ਉਹ ਘਰ ਚੇਂਜ ਹੋਇਆ, ਜਾਂ ਪਦੇ ਚੇਂਜ ਹੋਏ ਹਨ, ਦੋ ਪਦੇ ਤੁਕਾਂ ਚੇਂਜ ਹੋਈਆਂ ਹੋਣਗੀਆਂ ਪਦਿਆਂ ਦੀ, ਇੱਕ ਪਦੇ ਵਿੱਚ ਇੱਕ ਤੁਕਾ, ਦੋ ਤੁਕਾ, ਤਿੰਨ ਤੁਕਾ, ਪਾਓ ਕਿ 3 ਤੁਕਿਆਂ ਵਾਲੀ ਪੰਕਤੀ, 2 ਤੁਕਾਂ ਵਾਲੇ ਪਦੇ। ਹਰ ਇੱਕ ਗੱਲ ਨੂੰ ਗੁਰੂ ਸਾਹਿਬ ਜੀ ਨੇ ਬੜਾ ਨਖੇੜ ਕੇ, ਬੜਾ ਹੀ ਸੋਚ ਸਮਝ ਕੇ ਲਿਖਿਆ, ਤਾਂ ਕਿ ਬਾਣੀ ਦਾ ਪੜ੍ਹਨ ਵਾਲਾ ਜਿਹੜਾ ਸਰੋਤਾ ਜਨ ਜਾਂ ਸੁਣਨ ਵਾਲਾ ਹੈ ਉਸ ਨੂੰ ਕੋਈ ਵੀ ਡਾਊਟ ਪੈਦਾ ਨਾ ਹੋਏ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇੱਥੇ ਨਵਾਂ ਕਨਸੈਪਟ ਸੀ, ਭਗਤਾਂ ਦੀ ਬਾਣੀ ਦੀ ਆਰੰਭਤਾ ਸੀ, ਇਸ ਕਰਕੇ ਮੂਲ ਮੰਤਰ ਦਾ ਛੋਟਾ ਸਰੂਪ ਜਿਹੜਾ ਹੈ ਉਹ ਇੱਥੇ ਦਰਜ ਕੀਤਾ ਕਿ ਅਕਾਲ ਪੁਰਖ ਇੱਕ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ, ਸਦੀ ਵੀ ਹੋਣ ਵਾਲਾ ਹੈ, ਇੱਕ ਵਜਮੀ ਸੱਤਾ ਦਾ ਮਾਲਕ ਹੈ ਉਹ ਅਕਾਲ ਪੁਰਖ ਵਾਹਿਗੁਰੂ, ਜਿਹੜਾ ਸਦੀਵ ਕਾਲੀ ਰਹਿਣ ਵਾਲੀ ਸੱਤਾ ਹੈ। ਅਤੇ ਐਸਾ ਅਕਾਲ ਪੁਰਖ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਰਾਹੀਂ ਪ੍ਰਾਪਤੀ ਹੁੰਦੀ ਹੈ। ਇਸ ਦਾ ਅਰਥ ਹੈ ਕਿ ਸਤਿਗੁਰੂ ਜੀ ਦੇ ਅਨੁਭਵ ਵੀ ਗਿਆਨ ਵਿੱਚੋਂ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਤੱਕ ਸਾਂਝ ਬਣਦੀ ਹੈ, ਕਿਉਂਕਿ ਸਤਿਗੁਰੂ ਕੋਲ ਜਿਹੜਾ ਅਨੁਭਵੀ ਗਿਆਨ ਹੈ ਰੱਬ ਦਾ, ਪਰਮੇਸ਼ਰ ਦਾ, ਉਸ ਗਿਆਨ ਨਾਲ ਜੁੜ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦਾ ਤਾਂ ਰੱਬ ਦਾ ਅਨੁਭਵ ਜਿਹੜਾ ਸਾਨੂੰ ਹਾਸਲ ਹੁੰਦਾ ਹੈ। ਇਸ ਗੱਲ ਨੂੰ ਵੀ ਗੁਰਬਾਣੀ ਵਿੱਚੋਂ ਗੁਰੂ ਸਾਹਿਬ ਜੀ ਨੇ ਸਾਨੂੰ ਚੰਗੀ ਤਰ੍ਹਾਂ ਸਮਝਾਉਣ ਦਾ ਯਤਨ ਕੀਤਾ ਕਿ ਉਸ ਵਜਵੀ ਸੱਤਾ ਨਾਲ ਜੁੜਨਾ ਹੈ, ਸਦੀਵ ਕਾਲੀ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਹੈ, ਤਾਂ ਗੁਰੂ ਦੇ ਅਨੁਭਵ ਦੀ ਲੋੜ ਹੈ। ਗੁਰੂ ਨੇ ਜੋ ਅਨੁਭਵ ਕੀਤਾ, ਗੁਰੂ ਨੇ ਜੋ ਪਰਮੇਸ਼ਰ ਨਾਲ ਸਾਂਝ ਬਣਾਈ, ਅਤੇ ਉਹ ਬਖਸ਼ਿਸ਼ ਗੁਰੂ ਕੋਲੋਂ ਮਿਲਣੀ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ, ਸਾਧਕ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਗੁਰੂ ਦੀ ਸੰਗਤ ਵਿੱਚ ਆ ਕੇ, ਗੁਰੂ ਦਾ ਸੰਗ ਕਰਕੇ ਸਾਨੂੰ ਕੋਈ ਘਾਲਣਾ ਘਾਲਣੀ ਨਹੀਂ ਪੈਂਦੀ। ਇਹ ਗੁਰੂ ਦੀ ਵੱਡੀ ਵਡਿਆਈ ਹੈ। ਗੁਰੂ ਸਾਹਿਬ ਤਾਂ ਕਿਰਪਾ ਕਰਦੇ ਹਨ ਕਿ ਜਿਹੜਾ ਸੰਗਤ ਵਿੱਚ ਆ ਜਾਂਦਾ ਹੈ ਅਤੇ ਗੁਰੂ ਨਾਲ ਮਿਲ ਕੇ ਉਹ ਨਿਹਾਲ ਹੋ ਜਾਂਦਾ ਹੈ। ਸਾਧਕ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਦਰਸ਼ਨ ਕਰਦਿਆਂ ਉਹ ਨਿਹਾਲ ਹੋ ਜਾਂਦਾ। ਜਦੋਂ ਗੁਰੂ ਦੇ ਦੀਦਾਰ ਕਰਦਾ ਹੈ, ਗੁਰੂ ਦੇ ਸ਼ਬਦ ਅਨੁਭਵ ਨੂੰ ਦੇਖਦਾ ਹੈ, ਤਾਂ ਉਹ ਅੰਦਰੋਂ ਆਨੰਦਿਤ ਹੋ ਜਾਂਦਾ ਹੈ, ਅੰਦਰੋਂ ਪ੍ਰਸੰਨ ਹੋ ਜਾਂਦਾ ਹੈ। ਅੱਗੇ ਫਿਰ ਭਗਤ ਕਬੀਰ ਸਾਹਿਬ ਜੀ ਸ਼ਬਦ ਦੇ ਰਾਹੋ ਦੇ ਪਦੇ ਵਿੱਚ ਕਹਿ ਰਹੇ ਨੇ, ਬਾਬਾ ਬੋਲ ਨਾ ਕਿਆ ਕਹੀਏ। ਆਖਣ ਲੱਗੇ, ਹੇ ਭਾਈ। ਬਾਬੇ ਦਾ ਬਾਬਾ ਅਰਥ ਹੈ ਹੇ ਭਾਈ, ਹੇ ਭਰਾ। ਬੋਲ ਨਾ ਕਿਆ ਕਹੀਏ, ਜਗਤ ਵਿੱਚ ਰਹਿੰਦਿਆਂ ਕਿਹੋ ਜਿਹੇ ਬਚਨ ਬੋਲੀਏ। ਕੀ ਆਖੀਏ, ਕਿੱਦਾਂ ਦੇ ਬਚਨ ਬੋਲੀਏ, ਜਗਤ ਵਿੱਚ ਰਹਿੰਦਿਆਂ ਕੀ ਬੋਲਣਾ ਚਾਹੀਦਾ। ਇੱਕ ਸਵਾਲ, ਇੱਕ ਪ੍ਰਸ਼ਨਵਾਚਕ ਪੰਕਤੀ ਹੈ ਇਹ, ਕਿ ਜਗਤ ਵਿੱਚ ਰਹਿੰਦਿਆਂ, ਸੰਸਾਰ ਦੇ ਵਿੱਚ ਵਿਚਰਦਿਆਂ ਕੀ ਬੋਲੀਏ, ਕਿੱਦਾਂ ਦੇ ਬਚਨ ਕਰੀਏ। ਜੈਸੇ ਰਾਮ ਨਾਮ ਰਬ ਰਹੀ ਹੈ, ਜਿਨ੍ਹਾਂ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜਿਹੜੀ ਉਹ ਟਿਕੀ ਰਹੇ, ਅਤੇ ਉਹ ਕੀ ਬੋਲੀਏ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਹਰ ਰੋਜ਼ ਕਿ ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੈਂ ਮੰਗੈ ਦੇਹ ਦੇ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜੇ ਦਿਸੈ ਦਰਬਾਰ। ਅਗਲੇ ਵਚਨ ਨੇ, ਮੂੰਹੋਂ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ। ਮੂੰਹੋਂ ਕਿਹੜੇ ਬੋਲ ਬੋਲੀਏ, ਜਿਹਨੂੰ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਸਾਨੂੰ ਪਿਆਰ ਕਰੇ, ਪਰਮੇਸ਼ਰ ਸਾਨੂੰ ਪਿਆਰ ਕਰੇ। ਉਹ ਕਿਹੜੇ ਬੋਲ ਨੇ ਜਿਨ੍ਹਾਂ ਬੋਲਣ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਪਿਆਰ ਕਰਦਾ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਉਹ ਬੋਲ ਨੇ, ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕਪੜਾ, ਨਦਰੀ ਮੋਖ ਦੁਆਰ, ਨਾਨਕ ਏ ਮੈਂ ਜਾਣੀਏ ਸਭ ਆਪੇ ਸਚਿਆਰ। ਇਸ ਤਰ੍ਹਾਂ ਸਮਝ ਲੈ ਕਿ ਉਹ ਸੱਚਾ ਹੀ ਸਭ ਕੁਛ ਹੈ। ਉਹਦੀ ਵਡਿਆਈ ਕਰ, ਮਾਲਕ ਦੇ ਗੁਣ ਗਾ, ਉਹਦੇ ਨਾਮ ਨਾਲ ਜੁੜ। ਐਸੇ ਬੋਲ ਬੋਲ ਜਿਨ੍ਹਾਂ ਬੋਲਾਂ ਰਾਹੀਂ ਤੂੰ ਅਕਾਲ ਪੁਰਖ ਤੱਕ ਜੁੜ ਸਕੇ, ਅਕਾਲ ਪੁਰਖ ਤੱਕ ਤੇਰੀ ਸਾਂਝ ਬਣ ਸਕੇ। ਇੱਥੇ ਵੀ ਇੱਕ ਸਵਾਲ ਕੀਤਾ, ਕੀ ਬੋਲੀਏ। ਆਓ ਕਿ ਉਹ ਕਿਹੜੇ ਬਚਨ ਹੋਣ, ਉਹ ਕਿਹੜੇ ਬੋਲ ਹੋਣ, ਜਿਨ੍ਹਾਂ ਬੋਲਾਂ ਨੂੰ ਬੋਲ ਕੇ
ਜਿਨ੍ਹਾਂ ਦੀ ਬਰਕਤ ਦੇ ਨਾਲ ਇੱਕ ਗੱਲ ਯਾਦ ਰੱਖਣਾ, ਜਿਹੜੇ ਸਾਡੇ ਬੋਲ ਨੇ ਇਹ ਸਾਡੇ ਜੀਵਨ ਦੇ ਦੁੱਖ ਤੇ ਸੁੱਖ ਦਾ ਕਾਰਨ ਬਣਦੇ ਹਨ। ਸਾਡੇ ਬੋਲਾਂ ਵਿੱਚ ਬਰਕਤ ਆ ਸਕਦੀ ਹੈ ਜਦੋਂ ਅਸੀਂ ਗੁਰੂ ਕੇ ਬੋਲ ਬੋਲੀਏ, ਜਦੋਂ ਆਪਾਂ ਗੁਰੂ ਦੀ ਭੈ ਭਾਵਨਾ ਵਿੱਚ ਰਹਿ ਕੇ ਜਗਤ ਵਿੱਚ ਵਿਚਰੀਏ। ਪਰ ਜਦੋਂ ਅਸੀਂ ਗੁਰੂ ਦੀ ਭੈ ਭਾਵਨੀ, ਗੁਰੂ ਦੇ ਡਰ ਤੋਂ ਬਾਕੀ ਹੋ ਕੇ ਬੋਲ ਬੋਲਦੇ ਹਾਂ ਤੇ ਉਹ ਬੋਲ ਜਿਹੜੇ ਨੇ ਮਾਇਆ ਦੇ ਹੰਕਾਰ ਵਿੱਚ ਰੱਤੇ ਹੋਏ ਬੋਲ ਹੁੰਦੇ ਹਨ, ਜਿਹੜੇ ਸਾਨੂੰ ਦੁਖੀ ਕਰਦੇ ਹਨ। ਇਸ ਕਰਕੇ ਬੋਲਾਂ ਦੀ ਆਪਣੀ ਬਰਕਤ ਹੁੰਦੀ ਹੈ। ਇੱਕ ਉਹ ਬੋਲ ਨੇ ਜਿਹੜੇ ਕਿ ਮਨੁੱਖ ਨੂੰ ਰੱਬ ਨਾਲੋਂ ਦੂਰ ਕਰ ਦਿੰਦੇ ਨੇ। ਇੱਕ ਉਹ ਬੋਲ ਨੇ ਜਿਹੜੇ ਰੱਬ ਦੇ ਨੇੜੇ ਕਰ ਦਿੰਦੇ ਨੇ। ਇੱਕ ਉਹ ਕਰਮ ਨੇ ਜਿਹੜੇ ਰੱਬ ਤੋਂ ਦੂਰ ਲੈ ਜਾਂਦੇ ਨੇ। ਇੱਕ ਉਹ ਕਰਮ ਨੇ ਜਿਹੜੇ ਰੱਬ ਦੇ ਨੇੜੇ ਕਰ ਦਿੰਦੇ ਨੇ। ਗੁਰੂ ਸਾਹਿਬ ਨੇ ਹਰ ਰੋਜ਼ ਸਿੱਖ ਦੀ ਝੋਲੀ 'ਚ ਗਿਆਨ ਪਾਇਆ ਕਿ ਗੱਲ ਯਾਦ ਰੱਖੀ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪੋ ਆਪਣੇ ਕਰਮ ਹਨ, ਕਰਮਾਂ ਕਰਕੇ ਨੇੜੇ ਹੋ ਸਕਦਾ ਹੈ, ਕਰਮਾਂ ਕਰਕੇ ਦੂਰ ਹੋ ਸਕਦਾ ਹੈ। ਇਸ ਕਰਕੇ ਕਰਮ ਕਰਨ ਲੱਗਿਆਂ ਸੁਚੇਤ ਹੋ ਕੇ ਕਰਮ ਕਰੀ। ਬੋਲ ਐਸੇ ਬੋਲੀ ਜਿਨ੍ਹਾਂ ਬੋਲਾਂ ਦੇ ਨਾਲ ਪਰਮਾਤਮਾ ਨਾਲ ਸਾਂਝ ਬਣ ਸਕੇ, ਪਰਮਾਤਮਾ ਦੇ ਨਾਮ ਵਿੱਚ ਸੁਲਝ ਟਿਕੀ ਰਵੇ। ਕਿਉਂਕਿ ਮਾਇਆ ਦੇ ਵਿੱਚ ਰੱਤੇ ਹੋਏ ਬੋਲ ਬੋਲਾਂਗੇ, ਊਲ ਜਲੂਲ ਬੋਲ ਬੋਲਾਂਗੇ ਤਾਂ ਪਰਮੇਸ਼ਰ ਨਾਲ ਸਾਂਝ ਨਹੀਂ ਜੇ ਬਣੇਗੀ। ਪਰ ਜੋ ਗੁਰੂ ਕੀ ਦੱਸੀ ਹੋਈ ਬਾਣੀ ਨਾਲ ਜੁੜ ਜਾਵਾਂਗੇ, ਗੁਰੂ ਕੇ ਸ਼ਬਦ ਨੂੰ ਹਰ ਵੇਲੇ ਉਚਾਰਨ ਕਰਾਂਗੇ, ਇਹ ਰੱਬੀ ਬੋਲ ਜਿਹੜੇ ਨੇ ਸਾਨੂੰ ਅਕਾਲ ਪੁਰਖ ਦੇ ਘਰ ਤੱਕ ਪਹੁੰਚਾ ਦੇਣਗੇ। ਇਸ ਕਰਕੇ ਗੁਰਬਾਣੀ ਨੇ ਇਹ ਵੀ ਕਿਹਾ, ਕਹਿੰਦੇ ਪੜ੍ਹਿਆ ਮੂਰਖ ਆਖੀਐ ਜਿਸ ਲਵ ਲੋਭ ਅਹੰਕਾਰ। ਕਿਉਂਕਿ ਉਸਦੇ ਬੋਲ ਹੀ ਇੱਦਾਂ ਦੇ ਹੁੰਦੇ ਆ। ਫਿਰ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਉਵੇਂ ਸਾਧਨਾ ਮਾਰੀਐ, ਜਿਹਾ ਕਾਲੇ ਕਾਲ ਨਾ ਤੇ ਵੇ ਨਾਉ ਪਚਾਰੀਐ। ਐਸੀ ਕਲਾ ਨਾ ਖੇੜੀਐ ਜੇ ਦਰਗਹਿ ਗਿਆ ਹਾਰੀਐ। ਪੜ੍ਹਿਆ ਅਤੇ ਉਮਿਆ ਵਿਚਾਰ ਅੱਗੇ ਵਿਚਾਰਿਆ, ਮੂੰਹ ਚੱਲੈ ਅੱਗੇ ਮਾਰੀ। ਇਸ ਕਰਕੇ ਮੂੰਹੋਂ ਜਦੋਂ ਬੋਲ ਬੋਲਣਾ ਹੈ, ਮੁਖ ਤੋਂ ਜਦੋਂ ਉਚਾਰਨ ਕਰਨਾ ਹੈ, ਤੇ ਇਹ ਵਿਚਾਰ ਕਰਕੇ ਉਚਾਰਨ ਕਰਨਾ ਕਿ ਇਹ ਬੋਲ ਕਿਤੇ ਮੈਨੂੰ ਮੇਰੇ ਪਰਮੇਸ਼ਰ ਨਾਲੋਂ, ਅਕਾਲ ਪੁਰਖ ਵਾਹਿਗੁਰੂ ਨਾਲੋਂ ਮੇਰੀ ਸੁਰਤ ਨਾ ਤੋੜ ਦੇਣ। ਕਿਉਂਕਿ ਕਰਾਮਾਤ ਤਾਂ ਬੋਲਾਂ ਦੀ ਹੈ। ਬੋਲੀ ਨੇ ਕੋਇਲ ਕਾਕੋ ਦੇਤ ਹੈ, ਕਾਗਾ ਕਾਸੋ ਲੇਤ। ਮਿੱਠੇ ਮਿੱਠੇ ਬੋਲ ਕਰ ਸਭ ਕੇ ਮਨ ਹਿਰਲੇਤ। ਕੋਇਲ ਕਿਸੇ ਨੂੰ ਕੋਈ ਦਿੰਦੀ ਨਹੀਂ ਹੈ, ਪਰ ਮਿੱਠਾ ਬੋਲਦੀ ਹੈ, ਚੰਗੀ ਲੱਗਦੀ ਹੈ, ਸਾਰਿਆਂ ਦੇ ਮਨ ਨੂੰ ਹਿਰ ਲੈਂਦੀ ਹੈ। ਕਾਂ ਕੁਰਖਤ ਬੋਲਦਾ ਹੈ, ਕਿਸੇ ਨੂੰ ਚੰਗਾ ਨਹੀਂ ਲੱਗਦਾ। ਇਸ ਕਰਕੇ ਬੋਲ ਉਹ ਬੋਲਨੇ ਨੇ ਜਿਹੜੇ ਬੋਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਸੁਰਤ ਜੋੜੀ ਰੱਖਣ। ਫਿਰ ਪਹਿਲੇ ਬੰਦ ਵਿੱਚ ਕਹਿਣ ਲੱਗੇ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀਐ। ਆਖਣ ਲੱਗੇ, ਕਹਿੰਦੇ ਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ ਉਸਦੀ ਸਿੱਖਿਆ ਸੁਣਨੀ ਚਾਹੀਦੀ ਹੈ, ਉਹਦੀ ਗੱਲ ਸਮਝਣੀ ਚਾਹੀਦੀ ਹੈ, ਉਸ ਨਾਲ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ਜੀਵਨ ਦੇ ਰਾਹ ਦੀਆਂ ਗੁੰਝਲਾਂ ਜਿਹੜੀਆਂ ਨੇ ਉਸ ਦੇ ਕੋਲ ਪੁੱਛਣੀਆਂ ਚਾਹੀਦੀਆਂ ਨੇ। ਸੰਤ ਮਿਲਿਆ ਕਿਸੇ ਸੁਣੀਆ ਕਹੀਏ। ਕੋਈ ਸੰਤ ਹੋਵੇ, ਰੱਬ ਦਾ ਪਿਆਰਾ। ਸੰਤ ਦਾ ਅਰਥ ਰੱਬੀ ਪਿਆਰਾ, ਭਗਤੀ ਕਰਨ ਵਾਲਾ। ਗੁਰਮਤਿ ਵਿੱਚ ਜਦੋਂ ਸੰਤ ਦੀ ਵਿਆਖਿਆ ਪੜ੍ਹਦੇ ਆ ਨਾ, ਤਾਂ ਮਾਰਗ ਨੇ ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਕੋਈ ਭੇਖ ਦਾ ਨਾਮ ਨਹੀਂ ਹੈ। ਜਿਨ੍ਹਾਂ ਨੇ ਆਪਣੀ ਸੁਰਤ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜਿਆ। ਮਾਰਗ ਨੇ ਐਸਿਆਂ ਦੀ ਜਦੋਂ ਗੱਲ ਸੁਣਾਂਗੇ ਨਾ, ਜੀਵਨ ਰਾਹ ਦੀਆਂ ਜਿਹੜੀਆਂ ਗੁੰਝਲਾਂ ਨੇ ਸਾਡੇ, ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਉਹ ਖੋਲ੍ਹਣੀਆਂ ਚਾਹੀਦੀਆਂ ਨੇ। ਵੈਸੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੇ, ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਪਾਲ ਰਹੇ ਹਮ ਰਹਿ ਨਾ ਪਾਇਆ, ਜੀਵਤ ਅਮਰ ਰਹੀਐ। ਜਦ ਤੱਕ ਸੰਸਾਰ ਨਾ, ਕੁਛ ਗੱਲ ਆਪਣੀ ਕਰ ਸੰਸਾਰ 'ਚ ਹੈ ਤੇ ਕੁਛ ਸੁਣ। ਕਿਉਂ? ਕਿਉਂਕਿ ਜਦੋਂ ਚੰਗੇ ਮਨੁੱਖ ਕੋਲ ਬੈਠਾਂਗੇ, ਉਹਦੀ ਗੱਲ ਸੁਣਾਂਗੇ, ਆਪਣੇ ਅੰਦਰ ਦੀ ਬੇਦਨ ਦੱਸਾਂਗੇ, ਸਾਡੀ ਜ਼ਿੰਦਗੀ ਦੀ ਜਿਹੜੀਆਂ ਗੁੰਝਲਾਂ ਨੇ ਉੱਥੇ ਖੋਲ੍ਹੀਆਂ ਜਾ ਸਕਦੀਆਂ। ਜਿਨ੍ਹਾਂ ਗੁੰਝਲਾਂ ਵਿੱਚ ਸੰਸਾਰ ਦੇ ਵਿੱਚ ਵਸਣ ਵਾਲੇ ਲੋਕ ਦੁਖੀ ਹੋ ਰਹੇ ਹਨ। ਪਰ ਜਦੋਂ ਕੋਈ ਰੱਬੀ ਪਿਆਰੇ ਨਾਲ ਗੱਲਬਾਤ ਕਰਾਂਗੇ ਤਾਂ ਕਬੀਰ ਸਾਹਿਬ ਕਹਿੰਦੇ ਨੇ ਸਾਡੇ ਜੀਵਨ ਦੀਆਂ ਗੁੰਝਲਾਂ ਜਿਹੜੀਆਂ ਨੇ ਉਹ ਸੁਲਝ ਜਾਣਗੀਆਂ। ਇਸ ਕਰਕੇ ਕੋਈ ਗੁਰਮੁਖ ਮਿਲੇ ਤੇ ਉਸ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਉਸ ਦੀ ਗੱਲ ਸੁਣਨੀ ਚਾਹੀਦੀ ਹੈ, ਉਸ ਨੂੰ ਆਪਣੇ ਅੰਦਰ ਦੀ ਗੱਲ ਕਹਿਣੀ ਚਾਹੀਦੀ ਹੈ। ਪਰ ਮਿਲੇ ਅਸੰਤ, ਪਰ ਕੋਈ ਅਸੰਤ ਮਿਲ ਜਾਏ, ਭੈੜੀ ਮਤ ਵਾਲਾ ਬੰਦਾ ਮਿਲ ਜਾਏ, ਮਸ਼ਟ ਕਰ ਰਹੀ ਹੈ, ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ।
क्योंकि जे भैड़ी मत वाले बंदे नाल तुसीं अपनी गल साझी करोगे तो एक दी चार बना के उस समाज संसार दे विच वो तुहाडे दुख का कारण बन सकता है। इस करके संत बिरती वाले नाल तां जीवन दीयां गुंझलां खोलनियां चाहिए, पर असंत बिरती वाले नाल अपने जीवन दीयां गुंझलां जिहड़ियां वो नहीं रखनियां चाहिए, सगों उत्थे तो चुप ही कर जाना चाहिए। वैसे भी महाराज कहते जिथे बोलन हारी है तिथे चंगी चुप। जिथे पता है कि इत्थे जीवन दे विचों कोई बोलन का लाभ नहीं है, उत्थे चुप ही कर जाना चाहिए, क्योंकि बोलन का लाभ तां है जे जीवन दे विचों बोल के कुछ खटिया जा सके। इस करके चुप रहन दे नाल कई बारी मनुख जिंदगी नूं सुखी कर लैंदा है, क्योंकि बोल के कबीर साहब अगे जिहड़े बचन करके सानू समझाणगे, क्योंकि बोल बोल के ही जीवन विच कई बारी जीवन दीयां दूरियां वधियां हन। इस करके चुप रहन दे नाल जो सुख है, वैसे एक मुहावरा भी है, कहंदे एक चुप सौ सुख। असंत मिल जाए, भैड़ी मत का बंदा मिल जाए, भगत कबीर साहब कहते हैं उत्थे चुप रहना ही ठीक है। मिले असंत मस्ट कर रही है, मस्ट का अर्थ है भी उत्थे चुप ही कर जाना चाहिए है, वही ठीक है। फिर कहन लगे संतन स्यों बोले उपकारी, मूर्ख स्यों बोले झक मारी। क्योंकि कहते ने भलिया नाल गल्लां कीतियां कोई भलाई की गल निकलेगी विचों। जो भलिया नाल गल्लां करांगे, चंगे बंदियां नाल गल्लां करांगे तो उत्थे जीवन विचों कोई भलाई की गल लभेगी। पर मूर्खां नाल बोलिया व्यर्थ गप्पां मारांगे, खप खुआरी होवेगी, खपांगे और खुआरी का कारण बननगियां वो गल्लां। इस करके भगत जी कहते ने मूर्ख नाल गल्लां करनियां केवल झक मारनी है, पाओ कि उसका कोई लाभ नहीं, व्यर्थ वो खपना है। किसी मूर्ख नाल गलबात करनी, गुरबाणी ने मूर्ख की व्याख्या बड़ी प्यारी की। मैं कहने मूर्खा सिर मूर्ख जे मन्ने नाही नाओ। वो मूर्खा का भी मूर्ख है जिहड़ा नाम नूं नहीं मनदा। नानक ते नर असल खर जे गुण गुण गर्व करन। वो असल खोते ने जिहड़े गुणों तो बिना हंकार करी जाते हैं। मूर्खा का भी मूर्ख वो है जिहड़ा असल विच गुरु के परमेश्वर के नाम नूं नहीं मनदा। और रब्बी डर ते भै जी के जीवन विच नहीं, जिहड़ा उस भै तो बागी हो चुकिया, इसनूं बिल्कुल भी डर नहीं रहा परमात्मा का, अकाल पुरख वाहिगुरू की खेड का। इस करके भगत जी कहते ने मूर्ख दे नाल तां केवल झक मारनी है, व्यर्थ ही खपना है उसदे नाल गल करके, क्योंकि खप खुआरी होएगी। तू उहदे नाल गल करेगा तो उसदे विच तैनूं लभण वाला कुछ नहीं। फिर कहन लगे कहंदे बोलत बोलत बड़े विकारा। बोलदियां बोलदियां कहंदे विकार वधणगे। पाओ कि असंत नाल बोलदियां तेरे विकार, तेरियां बुराइयां जड़ियां क्योंकि वधणगियां, उहदे विच वाद विवाद पैदा होएगा, झगड़े पैदा होणगे। क्योंकि जदों तू उसदे नाल बोलेगा तो तैनूं कई बारी मंदा भी बोलना पै सकदा है। तो गुरबाणी कहंदी मंदा किसे ना आख झगड़ा पावना। मंदा किसी नूं ना कह, क्योंकि मंदा आखेगा और खास करके मूर्ख दे नाल ते वो फिर झगड़ा पै जाना, लड़ाई हो जानी। इस करके गुरबाणी कहती किसी नूं भी मंदा ना कह, इनू भी माड़ा ना कह। देखो एक बिरती गुरबाणी ने साढ़े सामने रखी कि जे किसी नूं तू चंगा नहीं कह सकता तो किसी नूं माड़ा भी ना कह। इस करके ये जीवन दियां गुंझला खोलते हुए भगत कबीर साहब कहते ने बोलत बोलत बड़े विकारा। बोलदियां बोलदियां संत नाल विकार बच जाते हैं, टकराव बच जाते हैं, झगड़े बच जाते हैं। बिन बोले क्या करे विचारा। जिस दे नाल गल ही ना करिए तो जो बोलन तो बिना पाओ कि उहदे नाल ना बोलीए तां कहंदे ने कोई जीवन दे विचों कोई दुख पैदा नहीं होएगा। वो की कर सकता है बेचारा। जे आपां मूर्ख नाल बोलीए ही ना, उहदे नाल गल ही ना करिए तो वह फिर की कर सकता है। क्योंकि जदों भी मनुख मूर्खता ते उतर के आ जाता है फिर वो थोड़े बोलों नूं कैच करता है और वो बोल थोड़े एक दे चार बना के संसार दे विच उन्हां बोलों का अपने ढंग दे नाल व्याख्या करता है, अपने ढंग दे नाल उहदा प्रगटावा करता है तो वह कई बार दुख का कारण बनता। इस करके वो कर भी की सकता जो उहदे नाल ना बोलीए। इसका अर्थ है कि साडे जीवन विच बोलां नाल ही जीवन विच संसार दे विच रहिंदिआं
ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਬੋਲਣ ਨਾਲ ਹੀ ਸਾਡਾ ਆਨੰਦ ਮੁੱਕਦਾ ਹੈ। ਇਸ ਕਰਕੇ ਬੋਲਣ ਵੇਲੇ ਵੀ ਧਿਆਨ ਰੱਖਣਾ, ਕਿਸ ਦੇ ਨਾਲ ਬੋਲਣਾ ਹੈ, ਕਿਸ ਦੇ ਨਾਲ ਨਹੀਂ ਬੋਲਣਾ, ਔਰ ਕਿਤਨਾ ਬੋਲਣਾ ਹੈ। ਇਹ ਭਗਤ ਕਬੀਰ ਸਾਹਿਬ ਜੀ ਸ਼ਬਦ ਵਿੱਚ ਦੱਸ ਰਹੇ ਹਨ ਕਿ ਜਿੱਥੇ ਬੋਲਣ ਦੀ ਲੋੜ ਹੈ ਉੱਥੇ ਹੀ ਬੋਲਣਾ ਚਾਹੀਦਾ ਹੈ। ਕਈ ਵਾਰੀ ਆਪਾਂ ਸਮਾਜ 'ਚ ਵਿਚਰਦੇ ਹਾਂ, ਆਪਾਂ ਨਿਰਣਾ ਨਹੀਂ ਕਰ ਪਾਉਂਦੇ ਕਿ ਜਿਸ ਬੰਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਉਸ ਬੰਦੇ ਦਾ ਲੈਵਲ ਕਿੰਨਾ ਹੈ, ਕਿ ਉਹ ਤੁਹਾਡੀ ਗੱਲ ਨੂੰ ਕਿੱਥੇ ਤੱਕ ਪਹੁੰਚਾਉਂਦਾ ਹੈ, ਕਿੱਥੇ ਤੱਕ ਰੱਖਦਾ, ਕਿਸ ਵਿਊ ਦੇ ਵਿੱਚ ਲੈਂਦਾ, ਕਿਸ ਢੰਗ ਦੇ ਨਾਲ ਲੈਂਦਾ। ਇਸ ਕਰਕੇ ਇਹ ਵਿਚਾਰਾਂ ਵੀ ਸਮਝਣ ਵਾਲੀਆਂ ਹਨ। ਇਸ ਕਰਕੇ ਭਗਤ ਜੀ ਕਹਿੰਦੇ ਨੇ, ਕਹੋ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸੋ ਕਭੂ ਨਾ ਡੋਲੇ। ਭਗਤ ਕਬੀਰ ਸਾਹਿਬ ਜੀ ਆਖਣ ਲੱਗੇ, ਛੂਛਾ ਦਾ ਅਰਥ ਗੁਣਾ ਤੋਂ ਸਖਣਾ। ਕਹਿੰਦੇ ਘੱਟ ਬੋਲੇ, ਬਹੁਤੀਆਂ ਫਾਲਤੂ ਗੱਲਾਂ ਕਰਦਾ ਹੈ। ਉਹ ਬੜਾ ਬੋਲਦਾ ਹੈ, ਪਾਓ ਕਿ ਫਾਲਤੂ ਗੱਲਾਂ ਕਰਦਾ ਕਈ ਵਾਰੀ। ਜਿਵੇਂ ਕਿ ਘੜਾ ਹੋਵੇ ਨਾ, ਅਤੇ ਜਦੋਂ ਉਹ ਖਾਲੀ ਹੁੰਦਾ ਹੈ ਤਾਂ ਉਹ ਜ਼ਿਆਦਾ ਆਵਾਜ਼ ਕਰ ਦਿੰਦਾ ਹੈ। ਜਦੋਂ ਤੁਸੀਂ ਘੜੇ ਨੂੰ ਪਾਣੀ ਵਿੱਚ ਡੁਬੋ ਨਾ ਔਰ ਖਾਲੀ ਹੋਵੇ, ਬਹੁਤ ਜ਼ਿਆਦਾ ਆਵਾਜ਼ ਆਉਂਦੀ ਹੈ। ਪਰ ਜੇ ਘੜਾ ਭਰ ਜਾਏ ਫਿਰ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ। ਕਹੋ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸੋ ਕਭੂ ਨਾ ਡੋਲਾ। ਕਹਿੰਦੇ ਜਦੋਂ ਉਹ ਭਰ ਜਾਂਦਾ ਹੈ ਉਹ ਫਿਰ ਕਦੀ ਨਹੀਂ ਡੋਲਦਾ। ਇਹ ਗੱਲ ਭਗਤ ਕਬੀਰ ਸਾਹਿਬ ਸਮਝਾਉਣਾ ਚਾਹੁੰਦੇ ਨੇ। ਸੱਚੀ ਗੱਲ ਤਾਂ ਇਹ ਹੈ, ਖਾਲੀ ਘੜਾ ਬੋਲਦਾ ਹੈ। ਉਹ ਪਾਣੀ ਨਾਲ ਭਰਿਆ ਹੋਵੇ ਤਾਂ ਉਹ ਕਦੇ ਨਹੀਂ ਬੋਲਦਾ। ਇਸ ਤਰ੍ਹਾਂ ਹੀ ਮਨੁੱਖੀ ਜੀਵਨ ਹੈ। ਜੇ ਗੁਣਾਂ ਤੋਂ ਹੀਣਾ ਹੈ ਤਾਂ ਉਹ ਫਾਲਤੂ ਗੱਲਾਂ ਕਰੇਗਾ। ਉਸ ਦੇ ਜੀਵਨ 'ਚ ਗੁਣ ਨਹੀਂ ਹਨ। ਪਰ ਜੋ ਗੁਣਵਾਨ ਹੈ ਉਹ ਅਡੋਲ ਰਹਿੰਦਾ ਹੈ। ਜਗਤ ਵਿੱਚ ਕੋਈ ਐਸਾ ਉਦਮ ਕਰੀਏ ਜਿਸ ਨਾਲ ਗੁਣ ਗ੍ਰਹਿਣ ਕਰ ਸਕੀਏ। ਇਹ ਗੁਣ ਮਿਲ ਸਕਦੇ ਹਨ ਭਲਿਆਂ ਪਾਸੋਂ, ਚੰਗਿਆਂ ਦੀ ਸੰਗਤ ਕਰਕੇ। ਇਸ ਕਰਕੇ ਗੁਰਬਾਣੀ ਕਹਿੰਦੀ ਹੈ, ਬਹੀਆਂ ਪੜ੍ਹਿਆਂ ਪਾਸ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਸਮਾਂ ਜ਼ਿਆਦਾ ਤੂੰ ਪੜ੍ਹੇ ਲਿਖਿਆਂ ਕੋਲ ਬੈਠਿਆ ਕਰ। ਪੜ੍ਹੇ ਲਿਖੇ ਸੰਸਾਰੀ ਨਹੀਂ, ਜਿਨ੍ਹਾਂ ਨੇ ਰੱਬੀ ਨੇਮ ਨੂੰ, ਰੱਬੀ ਹੁਕਮ ਨੂੰ, ਉਹਦੀ ਮਰਿਆਦਾ ਨੂੰ ਪੜ੍ਹਿਆ। ਪਾਓ ਕਿ ਜਿਸ ਨੇ ਅਕਾਲ ਪੁਰਖ ਵਾਹਿਗੁਰੂ ਦੇ ਨੇਮ ਨੂੰ ਸਮਝ ਲਿਆ ਹੈ, ਉਸਦੀ ਮਰਿਆਦਾ ਨੂੰ, ਉਸਦੇ ਹੁਕਮ ਨੂੰ ਪੜ੍ਹ ਲਿਆ ਹੈ, ਉਹਨਾਂ ਕੋਲ ਬੈਠੇਗਾ ਤਾਂ ਤੇਰੇ ਜੀਵਨ ਦੇ ਸਾਰੇ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਣਗੇ। ਇਸ ਤਰ੍ਹਾਂ ਦੀ ਜਿਹੜੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੇ ਰਾਹੀਂ ਸਾਡੇ ਸਾਹਮਣੇ ਪ੍ਰਗਟ ਕਰ ਰਹੇ ਹਨ। ਭਲਿਆਂ ਦੀ ਸੰਗਤ ਕਰਨ ਦੀ ਸਾਨੂੰ ਪ੍ਰੇਰਨਾ ਦੇ ਰਹੇ ਹਨ, ਅਤੇ ਜਿਹੜੇ ਮੂਰਖ ਹਨ ਉਹਨਾਂ ਦੀ ਸੰਗਤ ਤੋਂ ਬਚਣ ਲਈ ਸਾਨੂੰ ਸਮਝਾ ਰਹੇ ਹਨ ਕਿ ਭੈੜਿਆਂ ਦੀ ਸੰਗਤ ਤੋਂ ਬਚ ਕੇ ਰਹਿ। ਜੇ ਆਪਣੇ ਜੀਵਨ ਨੂੰ ਆਨੰਦਿਤ ਕਰਨਾ ਚਾਹੁੰਦਾ ਹੈ, ਬਰਬਾਦ ਨਹੀਂ ਕਰਨਾ ਚਾਹੁੰਦਾ, ਦੁਖੀ ਨਹੀਂ ਹੋਣਾ ਚਾਹੁੰਦਾ, ਅਤੇ ਦੂਜੇ ਵਿਕਾਰਾਂ ਵੱਲ ਰੁਚੀ ਵਧਾਉਣ ਦਾ ਖਤਰਾ ਰਹਿੰਦਾ। ਕਿਉਂਕਿ ਜਦੋਂ ਅਸੀਂ ਵਿਕਾਰਾਂ ਵਾਲੇ ਲੋਕਾਂ ਕੋਲ ਜਾਵਾਂਗੇ ਤਾਂ ਉੱਥੇ ਵਿਕਾਰਾਂ ਵੱਲ ਸਾਡੀ ਰੁਚੀ ਵਧੇਗੀ। ਅਤੇ ਜੇ ਆਪਾਂ ਗੁਰੂ ਦੀ ਸੰਗਤ ਕਰਾਂਗੇ, ਗੁਰਬਾਣੀ ਨਾਲ ਜੁੜਾਂਗੇ, ਫਿਰ ਸਾਡਾ ਜੀਵਨ ਸਫਲਾ ਹੋਏਗਾ। ਇਸ ਤਰ੍ਹਾਂ ਦੀ ਵਿਚਾਰ ਅੱਜ ਦੇ ਸ਼ਬਦ ਵਿੱਚ ਸਾਡੇ ਸਾਹਮਣੇ ਰੱਖੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਸਾਰੀ ਸੰਗਤਾਂ ਦੇ ਸਿਰ 'ਤੇ ਮਿਹਰ ਦਾ ਹੱਥ ਰੱਖਣ, ਚੜ੍ਹਦੀਆਂ ਕਲਾ ਬਖਸ਼ਣ। ਸੋ ਸੰਗਤਾਂ ਪ੍ਰਤੀ ਇਹ ਵੀ ਬੇਨਤੀ ਹੈ, ਸ਼ਾਮ ਦੇ ਜਿਹੜੇ ਪ੍ਰੋਗਰਾਮ ਨੇ 6:30 ਤੋਂ ਲੈ ਕੇ 9 ਵਜੇ ਤੱਕ ਦੀਵਾਨ ਸਜਣਗੇ। 8 ਤੋਂ 9 ਵਿਸ਼ੇਸ਼ ਤੌਰ ਤੋਂ ਭਾਈ ਮਨੋਹਰ ਸਿੰਘ ਜੀ ਤਿਲਕ ਨਗਰ ਵਾਲੇ ਉਹ ਅੱਜ ਕੀਰਤਨ ਦੀ ਹਾਜ਼ਰੀ ਭਰਨ ਵਾਸਤੇ ਪਹੁੰਚਣਗੇ। ਸੋ ਸੰਗਤਾਂ ਨੂੰ ਬੇਨਤੀ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ। ਆਓ ਆਨੰਦ ਸਾਹਿਬ ਦਾ ਪਾਠ ਸਰਬਤ ਦੇ ਭਲੇ ਲਈ ਅਰਦਾਸ ਕਰੀਏ। ਫਤਿਹ ਦੀ ਸਾਧਨ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।